हाँ जी। ਅੱਜ ਦੇ ਆਪਣੇ ਕਰੰਟ ਅਫੇਅਰ 25 ਮਈ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਨਾ ਇੱਕ ਬਹੁਤ ਹੀ ਅਨੋਖੀ ਚੀਜ਼ ਜਿਹੜੀ ਕਦੀ ਕਦਾਰ ਹੀ ਆਸਮਾਨ 'ਚ ਦਿਖਦੀ ਹੈ, ਇਹ ਨਾ ਆਪਣੇ ਬੈਂਗਲੌਰ ਦੇ ਸ਼ਹਿਰ ਵਿੱਚ ਦੇਖੀ ਗਈ ਹੈ। ਬੈਂਗਲੁਰੂ ਜਿਹਨੂੰ ਹੁਣ ਕਹਿੰਦੇ ਆ, ਤਾਂ ਬੈਂਗਲੌਰ ਦੇ ਸ਼ਹਿਰ ਵੀ ਦੇਖੀ ਗਈ ਹੈ। ਇਹ 'ਚ ਹੁੰਦਾ ਕੀ ਹੈ, ਜਿਹੜਾ ਆਪਣਾ ਸੂਰਜ ਹੈ, ਠੀਕ ਹੈ, ਜਿਹੜਾ ਆਪਣਾ ਸੂਰਜ ਹੈ, ਸੂਰਜ ਦੇ ਨਾ ਚਾਰੋਂ ਪਾਸੇ ਇੱਕ ਸਰਕਲ ਵਾਂਗੂ ਬਣ ਜਾਂਦਾ ਹੈ ਰੇਨਬੋ ਦਾ। ਆਪਣੇ ਪੂਰੇ ਇੱਕ ਸਰਕਲ ਵਾਂਗੂ ਬਣ ਜਾਂਦੀ ਹੈ ਰੇਨਬੋ, ਠੀਕ ਹੈ। ਇਹ ਜਿਹੜਾ ਜਿਸ ਚੀਜ਼ ਦਾ ਮਤਲਬ, ਵੈਸੇ ਆਪਾਂ ਜਦ ਵੀ ਆਪਾਂ ਕਦੀ ਵੀ ਰੇਨਬੋ ਦੇਖੀ, ਆਪਾਂ ਹਮੇਸ਼ਾ ਦੇਖਦੇ ਹਾਂ ਕਿਤੇ ਆਪਾਂ ਨੂੰ ਦੂਰ ਰੇਨਬੋ ਦਿਖ ਰਹੀ ਹੁੰਦੀ ਹੈ ਤੇ ਧਰਤੀ ਦੇ ਆਸ-ਪਾਸ ਕਨੈਕਟ ਹੁੰਦੀ ਹੋਈ ਦਿਖਦੀ ਹੈ, ਮਤਲਬ ਧਰਤੀ ਤੋਂ ਸ਼ੁਰੂ ਹੋ ਕੇ ਧਰਤੀ ਵਿੱਚ ਹੀ ਕਿਤੇ ਖਤਮ ਹੋ ਰਹੀ ਹੁੰਦੀ ਹੈ। ਜਿਹੜਾ ਆਹ ਹੁੰਦਾ ਸੂਰਜ ਦੇ ਚਾਰੋਂ ओर ਇੱਕ ਰਿੰਗ ਵਾਂਗੂ ਬਣ ਜਾਂਦਾ ਹੈ ਰੇਨਬੋ ਦਾ, ਆਸਮਾਨ ਵਿੱਚ ਹੀ ਦਿਖ ਰਹੀ ਹੁੰਦੀ ਹੈ। ਇਸ ਚੀਜ਼ ਨੂੰ ਕਹਿੰਦੇ ਆ ਕਲੀਡੋਸਕੋਪ ਇਫੈਕਟ। ਕਲੀਡੋਸਕੋਪ ਪ੍ਰਭਾਵ ਜਾਂ ਇਫੈਕਟ, ਜਿਵੇਂ ਵੀ ਮਤਲਬ ਇੰਗਲਿਸ਼ ਇਫੈਕਟ ਹੋ ਗਿਆ, ਪੰਜਾਬੀ ਚ ਪ੍ਰਭਾਵ ਹੋ ਗਿਆ। ਇਹ ਜਿਹੜਾ ਕਲੀਡੋਸਕੋਪ, ਇਹ ਹੁਣ ਕਲੀਡੋਸਕੋਪ ਸਭ ਤੋਂ ਪਹਿਲਾਂ ਆਪਾਂ ਇਹੀ ਦੇਖਿਆ, ਆਹ ਜਿਹੜਾ ਨਾਮ ਆਇਆ ਕਲੀਡੋਸਕੋਪ ਹੁੰਦਾ ਕੀ ਹੈ। ਦੇਖੋ ਤੁਸੀਂ ਛੋਟੇ ਹੁੰਦੇ ਆਪਾਂ ਕਈ ਵਾਰੀ ਮੇਲਿਆਂ ਵਿੱਚ ਜਾਂ ਇੱਕ ਖਿਡੌਣਾ ਆਉਂਦਾ ਹੁੰਦਾ ਸੀ, ਤੁਸੀਂ ਦੇਖਿਆ ਹੋਊਗਾ, ਆਹ ਵਾਲਾ ਖਿਡੌਣਾ। ਹਾਂ, ਜ਼ਿਆਦਾ ਛੋਟਾ ਇੱਥੇ, ਜ਼ਿਆਦਾ ਛੋਟੀ ਫੋਟੋਗ੍ਰਾਫ ਹੈ, ਇੱਕ ਥੋੜੀ ਵੱਡੀ ਕਰਦੀ ਹੈ। ਆ ਜਿਹੜਾ ਖਿਡੌਣਾ ਸੀ, ਇਹਦਾ ਹੱਥ ਥੱਲੇ ਵਾਲਾ ਕੋਨਾ ਫੜ ਕੇ ਆਪਾਂ ਅੱਖ ਉੱਤੇ ਲਾ ਕੇ ਇਹਨੂੰ ਜਦੋਂ ਘੁਮਾਉਂਦੇ ਸੀ, ਅੰਦਰ ਅੱਡ-ਅੱਡ ਪੈਟਰਨ ਜਿਹੇ ਬਣਦੇ ਹੁੰਦੇ ਸੀ ਨਾ, ਅੱਡ-ਅੱਡ ਚੀਜ਼ਾਂ ਦਿਖਦੀਆਂ ਹੁੰਦੀਆਂ ਸੀ, ਅੱਡ-ਅੱਡ ਪੈਟਰਨ ਜਿਹੇ ਬਣਦੇ ਰਹਿੰਦੇ ਸੀ। ਉਹ ਆਹ ਇਹਨੂੰ, ਇਹ ਜਿਹੜੀ ਡਿਵਾਈਸ ਹੈ, ਇਹਨੂੰ ਹੀ ਮਤਲਬ ਆ ਜਿਹੜਾ ਖਿਡੌਣਾ ਸੀ, ਇਹਨੂੰ ਹੀ ਕਹਿੰਦੇ ਆ ਕਲੀਡੋਸਕੋਪ। ਇਸੇ ਚੀਜ਼ ਨੂੰ ਕਲੀਡੋਸਕੋਪ ਕਹਿੰਦੇ। ਇਹਦੇ ਅੰਦਰ ਆਪਾਂ ਵਾਰ-ਵਾਰ ਇਹਨੂੰ ਘੁਮਾਉਂਦੇ ਰਹੋ, ਅੰਦਰ ਚੀਜ਼ਾਂ ਪਾਈਆਂ ਹੁੰਦੀਆਂ ਨਾ, ਤਾਂ ਉਹ ਅੱਡ-ਅੱਡ ਪੈਟਰਨ ਬਣਾਉਂਦੀ ਰਹਿੰਦੀਆਂ। ਮਤਲਬ ਜਦੋਂ ਆਪਾਂ ਅੰਦਰ ਦੇਖਦੇ ਹਾਂ, ਆਪਾਂ ਨੂੰ ਇਦਾਂ ਦਾ ਦਿਖਦਾ, ਆਪਾਂ ਨੂੰ ਇਦਾਂ ਦੀ ਚੀਜ਼ ਦਿਖਦੀ ਹੈ ਅੰਦਰ, ਜਦੋਂ ਆਪਾਂ ਅੱਖ ਦੇ ਅੰਦਰ ਦੇਖਦੇ ਇਦਾਂ ਅੱਡ-ਅੱਡ ਚੀਜ਼ ਘੁੰਮ ਕੇ ਦਿਖ ਰਹੀ ਹੁੰਦੀ ਹੈ। ਹੁਣ ਆ ਜਿਹੜੀ ਚੀਜ਼ ਹੈ, ਜਿਹੜੇ ਆ ਪੈਟਰਨ ਬਣ ਰਹੇ ਆ, ਹੁੰਦਾ ਕੀ ਇਹ ਬਣਦੇ ਕਿੱਦਾਂ, ਇਹਨੂੰ ਕਲੀਡੋਸਕੋਪ ਕੀ ਕਹਿੰਦੇ। ਦੇਖੋ ਇਹ ਬਣਦਾ ਕੀ ਹੈ, ਜਿੰਨਾ ਅੰਦਰ ਆ ਸਮਾਨ ਇਹਦੇ ਅੰਦਰ ਪਾਇਆ ਹੁੰਦਾ, ਉਹਦੇ ਨਾਲ ਜਿੰਨਾ ਸਮਾਨ ਇਹਦੇ ਅੰਦਰ ਪਾਇਆ ਹੁੰਦਾ, ਬਾਕੀ ਜਗ੍ਹਾ ਨਾ ਸ਼ੀਸ਼ੇ ਲਾਏ ਹੁੰਦੇ ਆ ਆਪਣੇ, ਬਾਕੀ ਚਾਰੋਂ ਪਾਸੇ ਸ਼ੀਸ਼ੇ ਲਾਏ ਹੁੰਦੇ ਆ। ਉਹ ਇਸ ਤਰੀਕੇ ਨਾਲ ਸ਼ੀਸ਼ੇ ਲਾਏ ਹੁੰਦੇ ਆ ਕਿ ਆਹ ਜਿਹੜੀ ਚੀਜ਼ ਦੀ ਪਰਛਾਈ ਹੈ, ਇਹ ਹਰ ਪਾਸੇ ਇਦਾਂ ਪਵੇ ਕਿ ਬਿਲਕੁਲ ਸੇਮ ਜਿਹਾ ਹਰ ਪਾਸੇ ਆਪਾਂ ਨੂੰ ਦਿਖਣਾ ਸ਼ੁਰੂ ਹੋ ਜਾਏ, ਠੀਕ ਹੈ। ਹਰ ਪਾਸੇ ਆਪਾਂ ਨੂੰ ਬਿਲਕੁਲ ਸੇਮ ਜਿਹਾ ਦਿਖਣਾ ਸ਼ੁਰੂ ਹੋ ਜਾਏ, ਤਾਂ ਹੀ ਕਰਕੇ ਆਪਾਂ ਨੂੰ ਆਹ ਚੀਜ਼ਾਂ ਦਿਖਦੀਆਂ ਉਹਦੇ ਅੰਦਰ, ਠੀਕ ਹੈ। ਜਿਹੜਾ ਆਹ ਤੁਸੀਂ ਦੇਖੇ ਹੋਊਗਾ ਬਚਪਨ, ਕਦੀ ਨਾ ਕਦੀ ਕਿਤੇ ਆਪਾਂ ਦੇਖੇ ਹੁੰਦਾ ਮੇਲਿਆਂ ਵਿੱਚ, ਵੈਸੇ ਖਿਡੌਣੇ ਵੀ ਆਉਂਦੇ ਇਹ ਇਦਾਂ ਦਾ ਦਿਖਦਾ ਹੁੰਦਾ। ਵੱਡੀ ਮਸ਼ੀਨ ਵੀ ਹੁੰਦੀ ਹੈ ਕਈ ਵਾਰੀ, ਪਰ ਛੋਟੇ ਵਿੱਚ ਇਦਾਂ ਦਾ ਦਿਖਦਾ ਹੀ ਹੁੰਦਾ, ਠੀਕ ਹੈ। ਇਹਨੂੰ ਬਸ ਆਹ ਇਸ ਪਾਸੋਂ ਦੀ ਆਪਾਂ ਘੁਮਾਉਂਦੇ ਆ ਤੇ ਉਹ ਚੀਜ਼ਾਂ ਪੈਟਰਨ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ, ਠੀਕ ਹੈ। ਹੁਣ ਆਹ ਜਿਹੜੀ ਚੀਜ਼ ਹੈ, ਇਹਨੂੰ ਹੀ ਕਹਿੰਦੇ ਕਲੀਡੋਸਕੋਪ। ਹੁਣ ਇਹਦਾ ਇਫੈਕਟ ਨਾਲ ਕੀ ਲੈਣਾ ਦੇਣਾ। ਦੇਖੋ ਜਿਹੜੀ ਇਹਦੇ ਅੰਦਰ ਚੀਜ਼ ਹੁੰਦੀ ਹੈ, ਹੁਣ ਇਹਦੇ ਅੰਦਰ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਅੰਦਰ ਲੱਗੇ ਹੋਏ ਆ ਤੁਹਾਡੇ ਸ਼ੀਸ਼ੇ। ਹੁਣ ਇਹ ਸ਼ੀਸ਼ਿਆਂ ਨੂੰ ਇਸ ਤਰੀਕੇ ਨਾਲ ਆਪਾਂ ਰੱਖਿਆ ਹੁੰਦਾ ਇਹਦੇ ਅੰਦਰ, ਤਾਂ ਕਿ ਜਿਹੜਾ ਵੀ ਆਪਣੇ ਅੰਦਰ ਪੈਟਰਨ ਬਣ ਗਏ, ਉਹ ਬਿਲਕੁਲ ਸਮਰੂਪਤਾ ਨਾਲ ਬਣਦੇ, ਯਾਨੀ ਕਿ ਬਿਲਕੁਲ ਸਿਮੈਟਰੀ ਵਿੱਚ ਬਣਦੇ ਆ। ਆਹ ਜਿਹੜੇ ਸਮਰੂਪਤਾ ਨਾਲ ਸਾਰੇ ਮਤਲਬ ਹਰ ਪਾਸੇ ਸੇਮ ਚੀਜ਼ ਹੁੰਦੀ ਹੈ ਨਾ, ਇਹੀ ਹੁਣ ਚੀਜ਼ ਤੁਹਾਡੇ ਆਸਮਾਨ ਵਿੱਚ ਹੁੰਦੀ ਹੈ। ਤਾਂ ਹੁਣ ਇਹ ਆਸਮਾਨ ਵਿੱਚ ਚੀਜ਼ ਹੋ ਕਿੱਦਾਂ ਸਕਦੀ ਹੈ, ਮਤਲਬ ਕਿੱਦਾਂ ਹੋ ਰਿਹਾ ਹੈ ਆਸਮਾਨ ਵਿੱਚ। ਹੁਣ ਆਸਮਾਨ ਵਿੱਚ ਤਾਂ ਕਿਤੇ ਸ਼ੀਸ਼ੇ ਲੱਗੇ ਨਹੀਂ ਹੋਏ, ਹੁਣ ਆਸਮਾਨ ਵਿੱਚ ਇਹ ਚੀਜ਼ ਕਿੱਦਾਂ ਹੋ ਰਹੀ ਹੈ। ਦੇਖੋ ਆਪਾਂ ਇੱਕ ਚੀਜ਼ ਜਾਣਦੇ ਹਾਂ ਕਿ ਜਿਵੇਂ ਜਿਵੇਂ ਆਪਾਂ ਉੱਤੇ ਜਾਂਦੇ ਹਾਂ, ਮਤਲਬ ਜਿੰਨੀ ਹਾਈਟ ਤੇ ਆਪਾਂ ਜਾਈ ਜਾਵਾਂਗੇ, ਜਿੰਨੀ ਉਚਾਈ ਤੇ ਆਪਾਂ ਜਾਈ ਜਾਵਾਂਗੇ, ਆਪਣਾ ਜਿਹੜਾ ਤਾਪਮਾਨ ਹੈ ਇਹ ਗਿਰਦਾ ਜਾਂਦਾ ਹੈ, ਠੀਕ ਹੈ। ਜਿੰਨੀ ਉੱਤੇ ਆਪਾਂ ਜਾਵਾਂਗੇ ਉਨੀ ਠੰਡ ਵੱਧਦੀ ਜਾਂਦੀ ਹੈ, ਤਾਪਮਾਨ ਗਿਰਦਾ ਜਾਂਦਾ ਹੈ। ਹੁਣ ਇਹ ਸੋਚੋ ਕਿ ਬਹੁਤ ਹੀ ਜ਼ਿਆਦਾ ਜਦੋਂ ਹਾਈਟ ਆ ਜਾਂਦੀ ਹੈ, ਹੁਣ ਦੇਖੋ ਜਿਹੜਾ ਤੁਹਾਡਾ ਪਾਣੀ ਲਗਾਤਾਰ ਬੂੰਦਾਂ ਬਣਦੀਆਂ ਰਹਿੰਦੀਆਂ ਹਵਾ 'ਚ ਉੱਡਦਾ ਰਹਿੰਦਾ ਜਿਹੜਾ ਪਾਣੀ, ਇਹ ਕਿਤੇ ਨਾ ਕਿਤੇ ਜਾ ਕੇ ਹੁਣ ਬੱਦਲ ਬਣਨੇ ਹੈ। ਹੁਣ ਹੁੰਦਾ ਕੀ ਹੈ, ਜਿੱਥੇ ਜਾ ਕੇ ਬੱਦਲ ਬਣਦੇ ਨਾ, ਹੁਣ ਬੱਦਲ ਵੀ ਆਪਾਂ ਜੀਓਗ੍ਰਾਫੀ ਵਿੱਚ ਪੜਾਂਗੇ, ਆਪਾਂ ਭੂਗੋਲ ਦੇ
ਸਬਜੈਕਟ ਵਿੱਚ ਪੜਾਂਗੇ, ਇਹ ਬੱਦਲ ਵੀ ਅੱਡ-ਅੱਡ ਨਾਮ ਤੋਂ ਜਾਣੇ ਜਾਂਦੇ ਜਿੱਦਾਂ ਦੇ ਇਹ ਦਿਖਦੇ ਹੁੰਦੇ ਆ। ਕਿਉਂਕਿ ਇਹਨਾਂ ਦੀ ਫਿਰ ਹੁੰਦਾ ਕਿ ਇਹਨਾਂ ਦੀ ਉਚਾਈ ਵੀ, ਕਈ ਬੱਦਲ ਹੁੰਦੇ ਜਿਹੜੇ ਬਹੁਤ ਹੀ ਜ਼ਿਆਦਾ ਉੱਤੇ ਹੁੰਦੇ ਆ, ਜਿਹੜੇ ਜਿਵੇਂ ਆਪਣੇ ਬਰਸਾਤ ਵਾਲੇ ਬੱਦਲ ਹੁੰਦੇ ਆਪਾਂ ਦੇਖਦੇ ਆ ਨਾ ਕਿ ਬੱਦਲ ਬਹੁਤ ਹੀ ਕੋਲੇ ਦਿਖਦੇ ਹੁੰਦੇ ਆ। ਉਹ ਕਿਉਂ ਕੋਲੇ ਦਿਖਦੇ ਹੁੰਦੇ? ਉਹ ਜਿੰਨੇ ਭਾਰੀ ਹੁੰਦੇ ਜਾਣਗੇ ਪਾਣੀ ਨਾਲ ਉਹਨੇ ਥੱਲੇ ਆਉਂਦੇ ਜਾਂਦੇ ਆ। ਕਈ ਬੱਦਲ ਬਹੁਤ ਹੀ ਹਲਕੇ ਹੁੰਦੇ ਆ ਤੇ ਬਹੁਤ ਹੀ ਉਚਾਈ ਤੇ ਜਾ ਕੇ ਬਣਦੇ ਆ, ਠੀਕ ਹੈ, 16 ਹਜ਼ਾਰ ਫੁੱਟ ਉੱਤੇ ਜਾ ਕੇ ਕਿਤੇ ਬਣਦੇ ਆ। ਤਾਂ ਉਹ ਜਿਹੜੇ ਬੱਦਲ ਹੈ 16,000 ਤੋਂ 45,000 ਬੱਦਲ, ਇਹ ਬੱਦਲਾਂ ਦੀ ਮਤਲਬ ਇੱਕ ਖਾਸ ਜਿਹੜੀ ਕਿਸਮ ਅੱਜ ਆਪਣੇ ਕਰੰਟ ਅਫੇਅਰ ਦੇ ਨਾਲ ਜੁੜੀ ਹੋਈ ਹੈ, ਉਹ ਹੈਗੀ ਹੈ ਸਿਰਸ। ਇੱਕ ਬੱਦਲਾਂ ਦਾ ਇਹ ਨਾਮ ਹੈ ਸਿਰਸ ਬੱਦਲ। ਸਿਰਸ ਜਿਹੜੇ ਬੱਦਲ ਹੁੰਦੇ ਆ ਤੁਸੀਂ ਅਕਸਰ ਦੇਖੇ ਹੋਣਗੇ, ਬਸ ਤੁਹਾਨੂੰ ਇਹ ਤੋਂ ਪਹਿਲਾਂ ਇਹਦਾ ਨਾਮ ਨਹੀਂ ਪਤਾ ਹੋਊਗਾ। ਮੈਂ ਦੱਸਦਾ, ਆਹ ਵਾਲੇ ਬੱਦਲ ਆਪਾਂ ਆਸਮਾਨ 'ਚ ਅਕਸਰ ਦੇਖੇ ਆ ਨਾ। ਆਹ ਜਿਹੜੇ ਬੱਦਲ ਹੁੰਦੇ ਆ ਥੋੜੇ ਥੋੜੇ ਮਤਲਬ ਜਿਵੇਂ ਰੂਹ ਵਰਗੇ ਬੱਦਲ ਹੋਣ, ਇੱਕ ਦੂਜੇ ਨਾਲ ਜੁੜੇ ਹੋਏ ਹੋਣ, ਠੀਕ ਹੈ, ਥੋੜੇ ਥੋੜੇ ਵਿੱਚ ਜੁੜੇ ਹੋਏ ਆ, ਰੂਹ ਵਰਗੇ ਬੱਦਲ ਆ ਪੂਰੇ ਆਸਮਾਨ ਜਿਹੜੇ ਫੈਲੇ ਹੁੰਦੇ ਆ। ਇਹ ਬੱਦਲਾਂ ਦਾ ਨਾਮ, ਇਹ ਬੱਦਲਾਂ ਦਾ ਨਾਮ ਹੈ ਸਿਰਸ, ਠੀਕ ਹੈ, ਇਹ ਬੱਦਲਾਂ ਦਾ ਨਾਮ ਹੈ ਸਿਰਸ, ਠੀਕ ਹੈ। ਸਿਰਸ ਦੇ ਜਿਹੜੇ ਬੱਦਲ ਹੈ ਇਹ ਉਹਨਾਂ ਦਾ ਨਾਮ ਆ। ਆਪਾਂ ਹੋਰ ਵੀ ਬੱਦਲ ਦੇ ਪ੍ਰਕਾਰ ਪੜਾਂਗੇ ਅੱਗੇ ਜਾ ਕੇ, ਪੇਪਰ 'ਚ ਕਈ ਵਾਰੀ ਪੁੱਛ ਲੈਂਦੇ ਹੁੰਦੇ ਕਿ ਕਿੱਦਾਂ ਦੇ ਦਿਖਦੇ ਹੁੰਦੇ ਆ, ਕਿਹੜੇ ਬੱਦਲ ਹੈ, ਉੱਥੇ ਆਪਾਂ ਜੀਓਗ੍ਰਾਫੀ ਵਿੱਚ ਪੂਰੀ ਡਿਟੇਲ 'ਚ ਪੜਾਂਗੇ। ਇਹ ਜਿਹੜੇ ਬੱਦਲ ਹੈ ਹੁਣ ਇਹਨਾਂ ਦੇ ਅੰਦਰ ਹੁੰਦਾ ਕੀ ਹੈ, ਜਦੋਂ ਆਪਣੀਆਂ ਜਿਹੜੀਆਂ ਬੂੰਦਾਂ, ਪਾਣੀ ਦੀਆਂ ਬੂੰਦਾਂ ਉੱਤੇ ਗਈਆਂ, ਜਿਵੇਂ ਜਿਵੇਂ ਉੱਤੇ ਗਈਆਂ ਉਹ ਜੰਮਦੀਆਂ ਜਾਣਗੀਆਂ, ਠੀਕ ਹੈ। ਜਿੰਨੀ ਪਾਣੀ ਉੱਤੇ ਜਾਊਗਾ, ਹੁਣ ਆਪਣਾ ਤਾਪਮਾਨ ਗਿਰੀ ਜਾ ਰਿਹਾ, ਲਗਾਤਾਰ ਟੈਂਪਰੇਚਰ ਗਿਰਦਾ ਜਾ ਰਿਹਾ, ਬੂੰਦਾਂ ਜਿਹੜੀਆਂ ਹੋਣਗੀਆਂ ਇਹ ਜੰਮਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕੀ ਹੋ ਰਿਹਾ ਮੇਰੇ ਤੋਂ, ਕੀ ਦੱਬੇ ਜਾ ਰਿਹਾ, ਇਹ ਜੰਮ ਜਾਂਦੀ ਹੈ। ਇਹ ਜਿਹੜੀਆਂ ਚੀਜ਼ਾਂ ਜੰਮ ਜਾਂਦੀਆਂ, ठीक है। मैं दूसरी शीट से समझा देना, एक मिनट, बार बार खुली जाता ਇਹ ਜੰਮ ਜਾਂਦੀ ਹੈ। ਇਹਨਾਂ ਦੇ ਜੰਮਣ ਨਾਲ ਹੁਣ ਹੁੰਦਾ ਕੀ ਹੈ, ਹੁਣ ਇਹ ਬੱਦਲਾਂ ਦੇ ਅੰਦਰ ਇੱਕ ਤਰੀਕੇ ਨਾਲ ਇਹ ਬੂੰਦਾਂ ਜੰਮ ਗਈਆਂ। ਜਦੋਂ ਇਹ ਬੂੰਦਾਂ ਜੰਮ ਜਾਣਗੀਆਂ, ਛੋਟੇ ਛੋਟੇ ਆਸਮਾਨ ਵਿੱਚ ਹੀ, ਇਹ ਥੱਲੇ ਨਹੀਂ ਗਿਰਦੇ, ਆਸਮਾਨ ਵਿੱਚ ਨਾ ਛੋਟੇ ਛੋਟੇ ਬਰਫ਼ ਦੇ ਨਾ ਕਣ ਬਣ ਜਾਂਦੇ ਆ। ਬੱਦਲ, ਇਹ ਜਿਹੜੇ ਆਪਾਂ ਨੂੰ ਬੱਦਲ ਦਿਖ ਰਹੇ ਹੁੰਦੇ ਆ, ਇਹ ਦਿਖ ਕਿਉਂ ਰਹੇ ਹੁੰਦੇ, ਇਹਨਾਂ ਦੇ ਅੰਦਰ ਹੀ ਕਿਤੇ ਛੋਟੀ ਛੋਟੇ ਬਰਫ਼ ਦੇ ਕਣ ਆ, ਉੱਥੇ ਬਹੁਤ ਹੀ ਛੋਟੇ, ਮਤਲਬ ਹਜੇ ਬਰਫ਼ ਜੋਗੇ ਬਣੇ ਨਹੀਂ ਹੈ, ਬਹੁਤ ਹੀ ਛੋਟੇ ਛੋਟੇ ਕਣ। ਬੱਦਲ ਇਹਨਾਂ ਨਾਲ ਹੀ ਇਹ ਵਾਲੇ ਬਣੇ ਹੁੰਦੇ ਜਿਹੜੇ ਆਪਾਂ, ਮੈਂ ਤੁਹਾਨੂੰ ਹੁਣੇ ਬੱਦਲ ਦਿਖਾਏ, ਇਹ ਬੱਦਲ ਇਹਨਾਂ ਨਾਲ ਹੀ ਬਣੇ ਹੁੰਦੇ ਆ। ਹੁਣ ਇਹ ਬੱਦਲ ਤਾਂ ਫਿਰ ਆਮ ਤੌਰ ਤੇ ਆਪਾਂ ਨੂੰ ਹਮੇਸ਼ਾ ਹੀ ਦਿਖਦੇ ਆ, ਤਾਂ ਆਪਾਂ ਨੂੰ ਸੂਰਜ ਜਦ ਵੀ ਦਿਖਦਾ ਹੈ ਫਿਰ ਉਹਦੇ ਆਸ-ਪਾਸ ਇਹ ਆਪਾਂ ਨੂੰ ਚੀਜ਼, ਇਹ ਜਿਹੜਾ ਸਰਕਲ ਮੈਂ ਤੁਹਾਨੂੰ ਦੱਸਿਆ ਕਿ ਰੇਨਬੋ ਆਸ-ਪਾਸ ਕਈ ਵਾਰੀ, ਜਿਵੇਂ ਹੁਣ ਤੁਹਾਡੇ ਬੈਂਗਲੌਰ ਦੇ ਲੋਕਾਂ ਨੂੰ ਦਿਖੀਏ ਕਿ ਇਹਦੇ ਆਸ-ਪਾਸ ਇਦਾਂ ਪੂਰਾ ਇੱਕ ਸਰਕਲ ਬਣ ਗਿਆ ਰੇਨਬੋ ਦਾ, ਇਹਦੇ ਆਸ-ਪਾਸ ਇੱਥੇ ਸਾਰੇ ਦੇ ਸਾਰੇ ਰੰਗਾਂ ਨਾਲ ਮਤਲਬ ਪੂਰੀ ਰੇਨਬੋ ਬਣੀ ਹੋਈ ਸੀ, ਠੀਕ ਹੈ। ਇਹਦੇ ਆਸ-ਪਾਸ ਇਦਾਂ ਸਾਰੇ ਦੇ ਸਾਰੇ ਰੰਗ ਇਦਾਂ ਰੇਨਬੋ ਬਣ ਗਈ ਸੀ। ਹੁਣ ਇਹ ਜਿਹੜੀ ਚੀਜ਼ ਹੈ ਨਾ, ਇਹ ਬਹੁਤ ਹੀ ਘੱਟ ਵਾਰ ਹੁੰਦੀ ਹੈ ਕਿ ਇਦਾਂ ਕਦੀ ਬਣ ਜੇ। ਇਹਦੇ ਕਿਉਂਕਿ ਇਹਦੇ ਬਣਨ ਦੇ ਨਾ ਬਹੁਤ ਹੀ ਘੱਟ, ਮਤਲਬ ਬਹੁਤ ਹੀ ਮੁਸ਼ਕਿਲ ਹੈ ਇਹਨੂੰ ਬਣਾਉਣਾ। ਕਿਉਂਕਿ ਹੁੰਦਾ ਕੀ ਹੈ, ਹੁਣ ਆਹ ਥੋੜੇ ਧੁੱਪ ਆ ਰਹੀ ਹੈ, ਚਾਹੀਦਾ ਕੀ ਹੈ, ਮਤਲਬ ਇਹ ਹੁਣ ਥੋੜਾ ਬਣਦਾ ਕਿੱਦਾਂ, ਕਲੇਡੋਸਕੋਪ ਇਫੈਕਟ ਹੁੰਦਾ ਕਿੱਦਾਂ। ਹੁਣ ਮੈਂ ਤੁਹਾਨੂੰ ਕਲੇਡੋਸਕੋਪ ਦੱਸਿਆ ਸੀ ਕਿ ਅੰਦਰ ਜਿਹੜੇ ਸ਼ੀਸ਼ੇ ਹੁੰਦੇ ਆ ਉਹ ਪੈਟਰਨ ਬਣਾ ਰਹੇ ਆ ਸਾਰਾ, ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇਦਾਂ ਦੀ ਚੀਜ਼ ਚਾਹੀਦੀ ਆ ਜਿਹੜੀ ਆਪਾਂ ਨੂੰ, ਜਿਹਨਾਂ ਇੰਗਲਿਸ਼ ਕਹਿੰਦੇ ਆ ਰਿਫਲੈਕਸ਼ਨ, ਪੰਜਾਬੀ ਚ प्रतिबिंब, रिफ्लेक्शन नहीं प्रतिबिंब, ठीक है। कोई ना कोई इदां दी चीज चाहिदी है ਜਿਹੜੀ ਆਪਣੀ ਪ੍ਰਤੀਬਿੰਬ ਕਰ ਸਕੇ, ਜਿਹੜੀ ਰਿਫਲੈਕਸ਼ਨ ਦੇ ਸਕੇ, ਯਾਨੀ ਕਿ ਕੋਈ ਜਿਵੇਂ ਆਪਣੇ ਸ਼ੀਸ਼ੇ ਦੇ ਉੱਤੇ ਆਪਾਂ ਲਾਈਟ ਪਾਉਂਦੇ ਆ ਮੁੜ ਕੇ ਵਾਪਸ ਆਉਂਦੀ ਹੈ ਨਾ, ਉਦਾਂ ਦੀ ਚੀਜ਼ ਕੋਈ ਕਰ ਸਕੇ। ਹੁਣ ਆ ਜਿਹੜੇ ਛੋਟੇ ਛੋਟੇ ਬਰਫ਼ ਦੇ ਕਣ ਬਣੇ ਆ, ਇਹ ਕਰਦੇ ਕੀ ਹੈ, ਇਹ ਹਰ ਵਾਰੀ ਨਹੀਂ ਹੁੰਦਾ, ਤਾਂ ਹੀ ਆਪਾਂ ਨੂੰ ਹਰ ਜਗ੍ਹਾ ਨਹੀਂ ਦਿਖਦਾ, ਪਰ ਕਦੇ ਕਦਾਰ ਇਹਨਾਂ ਦੀ ਇਸ ਤਰੀਕੇ ਨਾਲ ਇਹ ਹਵਾ ਵਿੱਚ ਇੱਕ ਦੂਜੇ ਨਾਲ ਅਰੇਂਜ ਹੋ ਕੇ ਰਹਿ ਜਾਂਦੇ, ਇਸ ਤਰੀਕੇ ਨਾਲ ਉੱਥੇ ਹੁੰਦੇ ਆ ਤਾਂ ਕਿ ਇੱਕ ਉੱਤੇ ਲਾਈਟ ਪਊਗੀ ਉਹ ਦੂਜੇ ਉੱਤੇ ਜਾਊਗੀ ਤੇ ਆਹੀ ਚੀਜ਼ ਰੇਨਬੋ ਬਣਾ ਦਿੰਦੀ ਹੈ ਇੱਥੇ।
ਤੇ ਹਵਾ ਵਿੱਚ ਜਿਹੜੇ ਆ ਬਰਫ਼ ਦੇ ਕਣ ਬੱਦਲਾਂ ਵਿੱਚ ਬਣੇ ਹੋਏ ਆ, ਆਪਣੇ ਸਿਰਸ ਬੱਦਲਾਂ ਵਿੱਚ, ਜਿਹੜੇ ਸਿਰਸ ਦੇ ਬੱਦਲ ਆਪਣੇ, ਇਹਨਾਂ ਵਿੱਚ ਜਿਹੜੇ ਆ ਬਰਫ਼ ਦੇ ਕਣ ਬਣੇ ਹੋਏ ਆ, ਇਹਨਾਂ ਨਾਲ ਇੱਥੇ ਰੇਨਬੋ ਬਣ ਜਾਂਦੀ ਆ। ਠੀਕ ਹੈ, ਪੂਰਾ ਆਹ ਸਤਰੰਗੀ ਦਿਖਣ ਲੱਗ ਜਾਂਦਾ। ਇਹ ਹੁਣੇ ਬੈਂਗਲੌਰ ਦੇ ਉੱਤੇ ਹੋਇਆ। ਤਾਂ ਇਸ ਤਰੀਕੇ ਨਾਲ ਆਹ ਰੇਨਬੋ ਸੂਰਜ ਦੇ ਚਾਰੋਂ ओर ਇੱਕ ਪੂਰਾ ਗੋਲਾ ਬਣਾ ਲੈਂਦੀ ਹੈ, ਆਸਮਾਨ ਵਿੱਚ ਹੀ। ਵੈਸੇ ਆਪਾਂ ਨੂੰ ਧਰਤੀ ਦਿਖਦੀ ਹੈ, ਆਸਮਾਨ ਵਿੱਚ ਹੀ ਦਿਖ ਰਹੀ ਹੁੰਦੀ ਹੈ। ਇਹਨੂੰ ਕਹਿੰਦੇ ਆ ਤੁਹਾਡਾ ਕੈਲੀਡੋਸਕੋਪ ਇਫੈਕਟ ਜਾਂ ਪ੍ਰਭਾਵ। ਠੀਕ ਹੈ, ਜਦੋਂ ਆਹ ਤੁਹਾਡਾ ਗੋਲਾ ਸੂਰਜ ਦੇ ਚਾਰੋਂ ओर ਬਣ ਜਾਂਦਾ ਹੈ। ਇਹ 'ਚ ਕੋਈ ਵੀ ਡਾਊਟ ਹੈ? ਬਦਲਾਂ 'ਚ ਕਿਸੇ ਨੂੰ ਕੋਈ ਵੀ ਡਾਊਟ? ਠੀਕ ਹੈ, ਤੁਹਾਨੂੰ ਆ ਹਮੇਸ਼ਾ ਪੁੱਛੇ ਜਾ ਸਕਦੇ ਇਦਾਂ ਦੇ ਪੁਆਇੰਟ ਵੀ, ਜਿਵੇਂ ਸਿਰਸ ਨੂੰ ਲੈ ਕੇ ਕਿ ਕਿੰਨੀ ਹਾਈਟ ਤੇ ਬਣਦੇ ਆ, ਕਿੰਨੀ ਹਾਈਟ ਤੇ ਇਹ ਬਣਦੇ ਆ। ਠੀਕ ਹੈ, ਫਿਰ ਇਹ ਦਿਖਦੇ ਕਿੱਦਾਂ ਦੇ ਆ, ਇਹਨਾਂ ਦਾ ਰੰਗ ਕਿੱਦਾਂ ਦਾ ਹੁੰਦਾ। ਇੱਥੇ ਸਾਰੀਆਂ ਚੀਜ਼ਾਂ ਤਾਂ ਹੀ ਲਿਖਤੀਆਂ ਤੁਹਾਡੇ ਲਈ, ਤਾਂ ਕਿ ਤੁਸੀਂ ਇਹ ਚੀਜ਼ ਬਾਅਦ 'ਚ ਪੜ੍ਹ ਕੇ ਯਾਦ ਵੀ ਕਰ ਸਕੋ, ਜੋ ਵੀ ਆਪਣੇ ਪੇਪਰ 'ਚ ਪੁੱਛਿਆ ਜਾਣਾ। ਠੀਕ ਹੈ, ਕਲੀਡੋਸਕੋਪ ਮੈਂ ਤੁਹਾਨੂੰ ਪਹਿਲੇ ਦੱਸਿਆ, ਜਿਹੜਾ ਖਿਡੌਣਾ ਹੁੰਦਾ ਸੀ ਘੁਮਾਈ ਜਾਓਗੇ, ਉਹਦੇ ਬਾਰੇ ਵੀ ਲਿਖਤਾ। ਅਗਲਾ ਜਿਹੜਾ ਕਰੰਟ ਅਫੇਅਰ ਹੈ ਉਹ ਹੈਗਾ ਆਪਣੀ ਹਜ ਯਾਤਰਾ ਬਾਰੇ। ਠੀਕ ਹੈ, ਹਰ ਸਾਲ ਭਾਰਤ ਤੋਂ ਜਾਂ ਪੂਰੀ ਦੁਨੀਆ ਵਿੱਚੋਂ ਹੀ ਜਿਹੜੇ ਮੁਸਲਮਾਨ ਹੈਗੇ, ਉਹ ਖਾਸ ਕਰਕੇ ਮਤਲਬ ਉਹਨਾਂ ਨੂੰ ਬੋਲਿਆ ਜਾਂਦਾ ਕਿ ਹਰ ਸਾਲ, ਸਾਰੇ ਤਾਂ ਨਹੀਂ ਜਾਂਦੇ, ਇਹ ਬੋਲਿਆ ਜਾਂਦਾ ਕਿ ਇੱਕ ਮੁਸਲਮਾਨ ਨੂੰ ਆਪਣੀ ਪੂਰੀ ਉਮਰ ਵਿੱਚ ਘੱਟੋ ਘੱਟ ਇੱਕ ਵਾਰੀ ਹਜ ਜਾਣਾ ਹੀ ਜਾਣਾ। ਠੀਕ ਹੈ, ਪਰ ਇਹ ਨਹੀਂ ਹੈ ਕਿ ਸਾਰਿਆਂ ਲਈ ਇਹ ਕੀਤਾ ਹੋਇਆ ਕਿ ਸਾਰਿਆਂ ਨੂੰ ਜਾਣਾ ਹੀ ਪੈਣਾ। ਜਿਹੜਾ ਬੰਦਾ ਸਿਹਤ ਤੋਂ ਤੇ ਆਰਥਿਕ ਸਥਿਤੀ ਤੋਂ ਠੀਕ ਹੈ, ਮਤਲਬ ਉਹਦੇ ਘਰੇ ਪੈਸਾ ਵੀ ਠੀਕ ਹੈ, ਕਿ ਇਦਾਂ ਨਹੀਂ ਕਿ ਉਹ ਬੰਦਾ ਕੰਮ ਤੇ ਚਲਾ ਗਿਆ ਤੇ ਪਿੱਛੇ ਸਾਰੇ ਖਾਨਦਾਨ ਭੁੱਖਾ ਮਰ ਰਿਹਾ, ਉਹ ਕੰਮ ਨਹੀਂ। ਜਿਹੜਾ ਆਰਥਿਕ ਸਥਿਤੀ ਵੀ ਜਿਹਦੀ ਸਹੀ ਹੈ, ਮਤਲਬ ਘਰ ਦਾ ਠੀਕ ਹੈ, ਗੁਜ਼ਾਰਾ ਚੱਲ ਰਿਹਾ, ਤੇ ਦੂਜਾ ਖੁਦ ਵੀ ਸਿਹਤਮੰਦ ਹੈ, ਉਹ ਮੁਸਲਮਾਨ ਨੂੰ ਲਾਜ਼ਮੀ ਕੀਤਾ ਹੋਇਆ ਕਿ ਉਹਨੂੰ ਪੂਰੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰੀ ਹਜ ਜਾਣਾ ਹੀ ਪੈਣਾ। ਠੀਕ ਹੈ, ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜਾਣਾ ਹੀ ਪੈਂਦਾ। ਹੁਣ ਜਦੋਂ ਹਜ ਜਾਂਦੇ, ਹਜ ਮੱਕਾ ਸ਼ਹਿਰ ਹੈ ਤੁਹਾਡੇ ਸਾਊਦੀ ਅਰੇਬੀਆ ਵਿੱਚ, ਉੱਥੇ ਜਾਣਾ ਪੈਂਦਾ, ਤਾਂ ਉੱਥੇ ਤੁਸੀਂ ਕਦੀ ਉਹਦੀ ਕੋਈ ਵੀਡੀਓ ਜਾਂ ਕਦੀ ਨਿਊਜ਼ ਵਿੱਚ ਉਹਨੂੰ ਦੇਖਿਆ ਹੋਵੇ, ਤੁਸੀਂ ਹਮੇਸ਼ਾ ਇੱਕ ਦੇਖਿਆ ਹੋਊਗਾ, ਇੱਕ ਕਾਲੇ ਰੰਗ ਦਾ ਨਾ ਬਿਲਕੁਲ ਸੈਂਟਰ ਵਿੱਚ ਇੱਕ ਕਾਲੇ ਰੰਗ ਦੀ ਬਿਲਡਿੰਗ, ਇੱਕ ਬਾਕਸ ਵਰਗਾ ਹੈ ਬਿਲਕੁਲ ਸੈਂਟਰ, ਜਿਹਦੇ ਆਸ-ਪਾਸ ਲੋਕੀ ਘੁੰਮਦੇ ਆ। ਠੀਕ ਹੈ, ਉਹਦਾ ਪਹਿਲਾਂ ਤਾਂ ਉਹਦੇ ਆਲੇ ਦੁਆਲੇ ਉਲਟੀ ਘੜੀ ਵਿੱਚ ਘੁੰਮਣਾ ਹੁੰਦਾ, ਮਤਲਬ ਉਲਟੇ ਪਾਸੇ ਨੂੰ ਘੁੰਮਣਾ ਹੁੰਦਾ। ਇੱਕ ਤਾਂ ਆਪਾਂ ਕਲੌਕਵਾਈਜ਼ ਜਿਹਨੂੰ ਕਹਿੰਦੇ ਆ, ਮਤਲਬ ਜਿਵੇਂ ਆਪਣੀ ਘੜੀ ਘੁੰਮਦੇ ਉਸ ਪਾਸੇ ਨੂੰ, ਇੱਕ ਉਲਟੀ ਪਾਸੇ ਨੂੰ ਘੁੰਮਣਾ ਹੁੰਦਾ। ਠੀਕ ਹੈ, ਤੇ ਇਹ ਜਿਹੜਾ ਉਹ ਕਾਲਾ ਵਿੱਚ ਬਾਕਸ ਹੁੰਦਾ ਜਿਹਦੇ ਚਾਰੋਂ ओर ਲੋਕੀ ਘੁੰਮਦੇ ਆ, ਉਹਨੂੰ ਕਹਿੰਦੇ ਆ ਕਾਬਾ। ਉਹਨੂੰ ਕਹਿੰਦੇ ਆ ਕਾਬਾ। ਇਹ ਜਿਹੜਾ ਕਾਬਾ, ਉਹ ਮਤਲਬ ਕਾਲੇ ਬਾਕਸ ਨੂੰ ਕਾਬਾ ਕਹਿੰਦੇ ਆ। ਇਹ ਕਾਬਾ ਦੀ ਕੀ ਸਿਗਨੀਫੀਕੈਂਸ ਹੈ, ਕਿ ਮਤਲਬ ਕੀ ਇਹਦੀ ਮਹੱਤਤਾ ਹੈ ਇਸਲਾਮ ਵਿੱਚ? ਦੁਨੀਆ ਵਿੱਚ ਕਿਤੇ ਵੀ ਮਸਜਿਦ ਬਣਾਇਆ ਜਾਊਗਾ ਨਾ, ਤੁਸੀਂ ਮਸਜਿਦ ਦੀ ਹਮੇਸ਼ਾ ਦੇਖਿਓ, ਹਰ ਮਸਜਿਦ 'ਚ ਜਿੰਨੇ ਵੀ ਉੱਥੇ ਮਤਲਬ ਰੋਜ਼ ਸ਼ਾਮੀ ਜਿੰਨੇ ਵੀ ਨਮਾਜ਼ ਪੜ੍ਹਨ ਜਾਂਦੇ, ਪੂਰੀ ਪ੍ਰੇ ਕਰਨ ਜਾਂਦੇ, ਦਿਨ ਵਿੱਚ 5 ਵਾਰੀ ਪੜ੍ਹਨੀ ਹੁੰਦੀ ਹੈ, ਤੁਹਾਨੂੰ ਕਿਸ ਦਿਸ਼ਾ ਵਿੱਚ ਝੁਕਣਾ, ਕਿਸ ਦਿਸ਼ਾ ਵਿੱਚ ਮੱਥਾ ਟੇਕਣਾ, ਸਾਰੇ ਦੁਨੀਆ ਦੇ ਮਸਜਿਦ ਇਸ ਤਰੀਕੇ ਨਾਲ ਬਣਾਏ ਜਾਂਦੇ ਆ ਕਿ ਜਦ ਵੀ ਤੁਸੀਂ ਮੱਥਾ ਟੇਕੋ ਉੱਥੇ ਤੁਸੀਂ ਕਾਬਾ ਵੱਲ ਮੂੰਹ ਕਰੋ। ਤਾਂ ਇੰਡੀਆ 'ਚ ਜਿਹੜਾ ਵੀ ਮਸਜਿਦ ਬਣਾਇਆ ਜਾਊਗਾ ਉਹ ਇਸ ਤਰੀਕੇ ਨਾਲ ਬਣਾਇਆ ਜਾਊਗਾ ਕਿ ਜਿਹੜਾ ਸਾਊਦੀ ਅਰੇਬੀਆ ਜਿੱਥੇ ਕਾਬਾ ਹੈ ਉਸ ਦਿਸ਼ਾ ਵੱਲ ਮੂੰਹ ਹੋਵੇ ਉਹਦਾ। ਜਿਹੜੇ ਕਿਤੇ ਯੂਰਪ ਵਿੱਚ ਹੋਊਗਾ ਉਹਦਾ ਵੀ ਇਦਾਂ ਬਣਾਇਆ ਜਾਊਗਾ। ਤਾਂ ਸਾਰੇ ਦੁਨੀਆ ਦੇ ਮੁਸਲਮਾਨ ਇਦਾਂ ਜਦ ਵੀ ਉਹ ਝੁਕਣ ਉਹ ਕਾਬਾ ਵੱਲ ਝੁਕ ਰਹੇ। ਠੀਕ ਹੈ, ਇਹਦੇ 7 ਵਾਰੀ ਮਤਲਬ ਜਦੋਂ ਕੋਈ ਹਜ ਤੇ ਜਾਂਦਾ ਤਾਂ ਉੱਥੇ 7 ਵਾਰੀ ਉਹਦੇ ਉਲਟੇ ਚੱਕਰ ਲਗਾਉਣੇ ਹੁੰਦੇ ਆ। ਉਹਨੂੰ ਹਜ ਦਾ ਸਭ ਤੋਂ ਜ਼ਰੂਰੀ ਹਿੱਸਾ ਤੇ ਆਖਰੀ ਹਿੱਸਾ ਮੰਨਿਆ ਜਾਂਦਾ ਹੈ, ਮਤਲਬ ਸਭ ਤੋਂ ਮਹੱਤਵਪੂਰਨ। ਉਸ ਤੋਂ ਬਾਅਦ ਵੀ ਮਤਲਬ ਥੋੜਾ ਜਿਹਾ ਹੁੰਦਾ, ਮਤਲਬ ਸਭ ਤੋਂ ਮਹੱਤਵਪੂਰਨ ਹਿੱਸਾ ਇਹ ਹੈ। ਠੀਕ ਹੈ, ਤੇ ਅਗਲਾ ਜਿਹੜਾ ਆਪਣਾ ਕਰੰਟ ਅਫੇਅਰ ਹੈ ਉਹ ਇੱਕ ਦੇਸ਼ ਬਾਰੇ ਹੈ, ਬੈਲਾਰੂਸ ਬਾਰੇ। ਹੁਣ ਬੈਲਾਰੂਸ ਪੈਂਦਾ ਆਪਣੇ ਯੂਰਪ ਵਿੱਚ, ਇੱਕ ਦੇਸ਼ ਹੈ ਬੈਲਾਰੂਸ ਯੂਰਪ ਵਿੱਚ। ਆਪਣੇ ਆਹ ਮੈਪ ਅੱਜ ਇੱਕ ਆਪਾਂ ਹੋਰ ਕਰ ਲੈਣਾ। ਦੇਖੋ ਇੱਥੇ ਆਪਾਂ ਬਾਕੀ ਦੇਸ਼ ਵੀ ਦੇਖ ਲੈਣੇ ਆ ਕਿ
ਲਾਟਵੀਆ, ਲਿਥੁਆਨੀਆ ਜਿਹੜੇ ਆਸ-ਪਾਸ ਇਹਦੇ ਦੇਸ਼ ਪੈ ਗਏ। ਆਹ ਹੈਗਾ ਤੁਹਾਡਾ ਬੈਲਾਰੂਸ ਦਾ ਦੇਸ਼। ਤਾਂ ਆਪਾਂ ਕਿਹੜੇ-ਕਿਹੜੇ ਦੇਸ਼ ਨੂੰ ਇਹਦੀ ਸੀਮਾ ਲੱਗਦੀ ਹੈ, ਇਹ ਹੈਗਾ ਕਿੱਥੇ ਆ, ਕਿਹੜਾ ਇੱਥੇ ਹੁਣ ਸਮੁੰਦਰ ਪੈ ਗਿਆ, ਉਹਦਾ ਨਾਮ, ਇਹ ਆਪਾਂ ਨਾਲ ਦੀ ਨਾਲ ਪੜ੍ਹ ਲੈਣਾ। ਹੋਇਆ ਕੀ ਆ ਅੱਜ, ਮਤਲਬ ਕਿਸ ਹੱਦ ਤੱਕ ਸਰਕਾਰਾਂ ਤੁਹਾਡੇ ਲੋਕਾਂ ਦੀ ਆਵਾਜ਼ ਨੂੰ ਦੱਬਣ ਨੂੰ ਫਿਰਦੀਆਂ ਹੁੰਦੀਆਂ, ਇਹਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਬੈਲਾਰੂਸ ਚ ਨਿਕਲ ਕੇ ਆਇਆ। ਇੱਕ ਬੰਦਾ ਸੀ, ਇੱਕ ਜਰਨਲਿਸਟ ਸੀ, ਪੱਤਰਕਾਰ ਸੀ ਤੁਹਾਡਾ ਪੋਲੈਂਡ ਦਾ। ਉਹ ਜਾ ਰਿਹਾ ਸੀ ਤੁਹਾਡਾ ਆਹ ਦੇਸ਼ ਲਾਟਵੀਆ ਨੂੰ। ਉਹਦਾ ਜਿਹੜਾ ਜਹਾਜ਼ ਸੀ, ਮਤਲਬ ਜਹਾਜ਼ ਤੋਂ ਜਾ ਰਿਹਾ ਸੀ, ਉਹਦੇ ਜਹਾਜ਼ ਨੇ ਆਹ ਬੈਲਾਰੂਸ ਦੇ ਉੱਤੋਂ ਲੰਘਣਾ ਸੀ। ਤਾਂ ਉਹ ਬੰਦਾ ਜਿਹੜਾ ਸੀਗਾ, ਜਿਹੜਾ ਪੱਤਰਕਾਰ ਸੀ ਨਾ, ਉਹ ਬੈਲਾਰੂਸ ਦੀ ਸਰਕਾਰ ਦੇ ਖਿਲਾਫ ਬਹੁਤ ਕੁਝ ਲਿਖਦਾ ਸੀ। ਤਾਂ ਬੈਲਾਰੂਸ ਦੀ ਸਰਕਾਰ ਨੇ ਕੀ ਕੀਤਾ, ਜਿਵੇਂ ਹੀ ਉਹ ਜਹਾਜ਼ ਬੈਲਾਰੂਸ ਦੀ ਹਵਾ ਵਿੱਚ ਆਇਆ, ਦੇਖੋ ਹਰ ਦੇਸ਼ ਦੇ ਉੱਤੇ ਜਿਹੜੀ ਹਵਾ, ਉਹਦੇ ਉੱਤੇ ਉਸੇ ਦੇਸ਼ ਦਾ ਅਧਿਕਾਰ ਹੁੰਦਾ। ਜਿਵੇਂ ਆਪਣੇ ਇੰਡੀਆ ਤੇ ਪਾਕਿਸਤਾਨ ਵਿੱਚ ਹੁਣ ਨਹੀਂ ਬਣਦੀ, ਭਾਰਤ ਤੇ ਪਾਕਿਸਤਾਨ ਵਿੱਚ ਨਹੀਂ ਬਣਦੀ ਹੈ। ਪਾਕਿਸਤਾਨ ਨਾ ਆਪਣੇ ਕੋਈ ਵੀ ਜਿਹੜੇ ਜਹਾਜ਼ ਹੈ ਆਪਣੇ ਉੱਤੋਂ ਨਹੀਂ ਲੰਘਣ ਦਿੰਦਾ। ਉਹਨੇ ਆਪਣੇ ਉੱਤੇ ਬੈਨ ਲਾਇਆ ਹੋਇਆ, ਰੋਕ ਲਈ ਹੋਈ ਹੈ ਕਿ ਤੁਹਾਡਾ ਕੋਈ ਵੀ ਜਹਾਜ਼ ਸਾਡੇ ਉੱਤੋਂ ਨਹੀਂ ਲੰਘੂਗਾ, ਤਾਂ ਆਪਾਂ ਨੂੰ ਘੁਮਾ ਕੇ ਲੈ ਕੇ ਜਾਣੇ ਪੈਂਦੇ ਜਹਾਜ਼। ਤਾਂ ਹੁਣ ਕੀ ਕੀਤਾ ਬੈਲਾਰੂਸ ਨੇ, ਜਿਵੇਂ ਹੀ ਉਹ ਜਹਾਜ਼, ਪਹਿਲਾਂ ਤਾਂ ਕਿੰਨੀ ਨਜ਼ਰ ਰੱਖ ਕੇ ਬੈਠੇ ਹੋਣੇ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਅੱਜ ਬੰਦਾ ਆਹ ਵਾਲੀ ਫਲਾਈਟ ਤੇ ਬਹਿਣ ਲੱਗਿਆ, ਆਹ ਵਾਲੇ ਜਹਾਜ਼ ਤੇ ਬਹਿਣ ਲੱਗਿਆ, ਇੰਨੇ ਵਜੇ ਬਹਿਣ ਲੱਗਿਆ। ਉਦੋਂ ਬਾਅਦ ਜਿਵੇਂ ਹੀ ਉਹ ਜਹਾਜ਼ ਬੈਲਾਰੂਸ ਦੇ ਉੱਤੋਂ ਦੀ ਲੰਘ ਰਿਹਾ ਸੀ, ਹੋਇਆ ਕਿ ਤੁਹਾਡੇ ਬੈਲਾਰੂਸ ਨੇ 2 ਤੁਹਾਡੇ ਜਿਹੜੇ ਫਾਈਟਰ ਜੈਟ ਹੁੰਦੇ ਆ ਉਹ ਭੇਜੇ, ਠੀਕ ਹੈ। ਉਹਨਾਂ ਦੇ ਸਹਾਰੇ, ਮਤਲਬ ਫਲਾਈਟ ਦੇ ਦੋਨੋਂ ਪਾਸੇ ਲੈ ਕੇ ਆਉਂਦੇ ਹੁੰਦੇ, ਤੇ ਉਹਨੂੰ ਕਿਹਾ ਕਿ ਲੈਂਡ ਕਰ। ਤਾਂ ਉਹਨੂੰ ਆਪਣੇ 에ਅਰਪੋਰਟ ਤੇ ਲੈਂਡ ਕਰਵਾਇਆ। ਜਹਾਜ਼ ਪੁਲਿਸ ਵਾਲੇ ਗਏ, ਉਸ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ। ਤਾਂ ਇਹਦੇ ਕਾਰਨ ਆ ਜਿਹੜੀ ਆਸ-ਪਾਸ ਦੇ ਹੁਣ ਯੂਰਪ ਦੇ ਦੇਸ਼ ਹੈ, ਇਹ ਸਾਰੇ ਕਹਿ ਰਹੇ ਕਿ ਆ ਜਿਹੜੀ ਤੁਸੀਂ ਚੀਜ਼ ਕੀਤੀ ਹੈ ਬਹੁਤ ਹੀ ਗਲਤ ਕੀਤੀ ਹੈ। ਤਾਂ ਇਸ ਕਾਰਨ ਆਪਣਾ ਬੈਲਾਰੂਸ ਅੱਜ ਅਖਬਾਰ ਵਿੱਚ ਸੀ, ਤੇ ਇਹਦੇ ਕਾਰਨ ਆਪਾਂ ਇਹ ਮੈਪ ਅੱਜ ਪੜ੍ਹ ਰਹੇ ਹਾਂ, ਠੀਕ ਹੈ। ਤਾਂ ਇਸ ਹੱਦ ਤੱਕ ਮਤਲਬ ਬੈਲਾਰੂਸ ਦੀ ਪਹਿਲਾਂ ਵੀ ਜਿਹੜਾ ਰਾਸ਼ਟਰਪਤੀ ਦੇ ਇਲੈਕਸ਼ਨ ਵੀ ਹੋਏ ਸੀ, ਪਿਛਲੇ ਸਾਲ ਹੀ ਹੋਏ ਆ, ਲੋਕਾਂ ਨੇ ਉਹ ਰਾਸ਼ਟਰਪਤੀ ਦੇ ਇਲੈਕਸ਼ਨ ਵੀ ਮੰਨਣ ਨੂੰ, ਪਿਛਲੇ ਸਾਲ ਵੀ ਖਬਰ ਚ ਆਇਆ ਸੀ। ਕਿਉਂਕਿ ਹੋਇਆ ਕਿ ਉਹ ਰਾਸ਼ਟਰਪਤੀ ਨੇ ਬਹੁਤ ਵੱਡਾ, ਮਤਲਬ ਉਹ ਪਹਿਲਾਂ ਵੀ ਜਿੱਤਿਆ ਹੋਇਆ ਸੀ ਬੰਦਾ, ਉਹ ਮੰਨਿਆ ਜਾ ਰਿਹਾ ਕਿ ਉਹਨੇ ਪੂਰੇ ਇਲੈਕਸ਼ਨ ਵਿੱਚ ਕਿਤੇ ਨਾ ਕਿਤੇ ਘੁਟਾਲੇ ਕੀਤੇ ਆ, ਤੇ ਉਹ ਜਿੱਤਣਾ ਨਹੀਂ ਚਾਹੀਦਾ ਸੀ ਤੇ ਜਿੱਤ ਗਿਆ, ਕਿਉਂਕਿ ਉਹਨੂੰ ਦੇਸ਼ 'ਚ ਕੋਈ ਨਹੀਂ ਪਸੰਦ ਕਰਦਾ, ਤੇ ਉਹ ਬੰਦਾ ਤਾਂ ਵੀ ਜਿੱਤ ਗਿਆ। ਤਾਂ ਹੋਇਆ ਕਿ ਸਾਰੇ ਦੇਸ਼ ਵਿੱਚ ਪਿਛਲੇ ਸਾਲ ਬਵਾਲ ਖੜਾ ਹੋ ਗਿਆ ਸੀ ਕਿ ਇਲੈਕਸ਼ਨ ਦੁਬਾਰਾ ਕਰੋ। ਤਾਂ ਉਹ ਹਜੇ ਲਈ, ਮਤਲਬ ਇਸ ਗੱਲ ਤੇ ਹੈ ਕਿ ਰਾਸ਼ਟਰਪਤੀ ਫਰਾਰ ਹੈ, ਠੀਕ ਹੈ। ਪਰ ਰਾਸ਼ਟਰਪਤੀ ਜਿਹੜਾ ਜਿਹਦਾ ਘਰ ਸੀ, ਰਾਸ਼ਟਰਪਤੀ ਦਾ ਜਿਹੜਾ ਘਰ ਸੀ, ਉਹਦੇ ਉੱਤੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ, ਤੇ ਉਹ ਬੰਦਾ ਇੱਕ ਵਾਰੀ ਭੱਜ ਖੜਾ ਹੋਇਆ ਸੀ। ਤਾਂ ਚਲੋ ਹੁਣ ਬਸ ਇਹੀ ਗੱਲ ਹੈ ਕਿ ਇਲੈਕਸ਼ਨ ਦੁਬਾਰਾ ਹੋਣੇ ਬੈਲਾਰੂਸ, ਪਰ ਉਹੀ ਗੱਲ ਹੈ ਕਿ ਜਿਹੜੀ ਉਹਦੀ ਸਰਕਾਰ ਹੈ ਉਹ ਇਦਾਂ ਦੀ ਕੋਈ ਵੀ ਉਹਨਾਂ ਦੇ ਖਿਲਾਫ ਗੱਲ ਬਰਦਾਸ਼ਤ ਹੀ ਨਹੀਂ ਕਰਦੀ। ਇਸ ਕਾਰਨ ਹੁਣ ਦੂਜੇ ਦੇਸ਼ ਦੇ ਨਾਗਰਿਕ ਨੂੰ, ਕਿਸੇ ਹੋਰ ਦੇਸ਼ ਦੇ ਨਾਗਰਿਕ ਨੂੰ ਗ੍ਰਿਫਤਾਰ ਕਰਨਾ ਜਿਹੜਾ ਤੁਹਾਡੀ ਧਰਤੀ ਤੇ ਵੀ ਨਹੀਂ ਹੈ, ਉਹ ਇੱਕ ਬਹੁਤ ਵੱਡਾ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਆ। ਤਾਂ ਇਸ ਕਾਰਨ ਬੈਲਾਰੂਸ ਨੂੰ ਹੁਣ ਦੇਖੋ ਅੱਗੇ ਕੀ ਕਰਦਾ, ਤੇ ਆਉਣ ਵਾਲੇ ਕਰੰਟ ਅਫੇਅਰ ਜਿਹੜੇ ਦਿਨਾਂ ਵਿੱਚ ਹੋਊਗਾ ਉਹਦੇ ਬਾਰੇ ਆਪਾਂ ਜ਼ਰੂਰ ਕੁਝ ਪੜਾਂਗੇ, ਇਹਦੇ ਬਾਰੇ ਆਊਗਾ ਕਿਤੇ ਨਾ ਕਿਤੇ। ਹੁਣ ਅਗਲਾ ਜਿਹੜਾ ਆਪਣਾ ਕਰੰਟ ਅਫੇਅਰ ਹੈ ਉਹ ਹੈਗਾ ਵਿਦੇਸ਼ੀ ਸਿੱਧਾ ਨਿਵੇਸ਼ ਜਿਹੜਾ ਇੰਡੀਆ 'ਚ ਹੁੰਦਾ, ਜਿਹਨੂੰ ਆਪਾਂ ਇੰਗਲਿਸ਼ FDI ਕਹਿੰਦੇ ਹਾਂ। ਹੁਣ ਸਭ ਤੋਂ ਪਹਿਲੀ ਗੱਲ ਆ, ਨਿਵੇਸ਼ ਹੈ ਸਭ ਕੁਝ ਹੁੰਦਾ ਕੀ ਹੈ। ਦੇਖੋ, ਨਿਵੇਸ਼ ਦਾ ਮਤਲਬ ਹੈ ਹੁਣ ਕਿਸੇ ਤਰੀਕੇ ਨਾਲ ਪੈਸਾ ਲਗਾਉਣਾ, ਦੇਸ਼ ਵਿੱਚ, ਦੇਸ਼ ਦੀ ਅਰਥ ਵਿਵਸਥਾ 'ਚ ਪੂਰਾ ਪੈਸਾ ਲਗਾਉਣਾ। ਹੁਣ ਇਹ ਪੈਸਾ ਲਗਾਉਣ ਦੇ 2 ਤਰੀਕੇ ਹੈ। ਮਤਲਬ ਕੋਈ ਬੰਦਾ ਜਿਹੜਾ ਬਾਹਰ ਰਹਿੰਦਾ ਹੈ, ਉਹਦੇ ਲਈ, ਤੁਸੀਂ ਤਾਂ ਦੇਸ਼ ਦੇ ਨਾਗਰਿਕ ਹੀ ਹੋ, ਤੁਸੀਂ ਕਿਤੇ ਪੈਸਾ ਲਗਾਉਣਾ ਚਾਹੋ, ਤੁਹਾਡੇ ਲਈ ਨਹੀਂ ਇਹ ਵੈਸੇ ਹੁੰਦਾ, ਇਹ ਬਾਹਰ ਵਾਲਿਆਂ ਲਈ ਹੈ, ਤਾਂ ਹੀ ਵਿਦੇਸ਼ ਤੋਂ ਆਇਆ ਹੋਇਆ ਪੈਸਾ ਉਸ ਲਈ ਹੈ। ਹੁਣ ਜਿਹੜੇ ਕਿਸੇ ਬਾਹਰ, ਜਿਹੜਾ ਦੇਸ਼ 'ਚ ਕੋਈ ਬੰਦਾ ਰਹਿੰਦਾ, ਕੋਈ ਕੰਪਨੀ ਹੈ, ਕੁਝ ਵੀ ਹੈ, ਉਹਨੇ ਭਾਰਤ 'ਚ ਪੈਸਾ ਲਗਾਉਣਾ 2 ਤਰੀਕੇ ਨਾਲ ਲਗਾ ਸਕਦਾ। ਜਾਂ ਤਾਂ ਸਿੱਧਾ ਲਗਾ ਦੇ, ਸਿੱਧਾ ਲਗਾਉਣ ਦਾ ਮਤਲਬ ਹੈ ਜਿਹਨੂੰ ਆਪਾਂ ਡਾਇਰੈਕਟ ਕਹਿੰਦੇ ਆ ਕਿ ਭਾਰਤ ਵਿੱਚ ਕਿਸੇ, ਜਾਂ ਤਾਂ ਖੁਦ ਹੀ ਆਪਣੀ ਕੋਈ ਕੰਪਨੀ ਖੋਲੀ ਹੈ, ਕੋਈ ਕੰਪਨੀ ਦਾ ਨਵਾਂ ਆਫਿਸ ਖੋਲਤਾ ਭਾਰਤ ਵਿੱਚ, ਜਾਂ ਕੋਈ ਭਾਰਤ ਵਿੱਚ ਆਲਰੇਡੀ ਕੋਈ ਕੰਪਨੀ ਸੀਗੀ, ਉਹਦੇ ਵਿੱਚ ਉਹਨੇ ਆਪਣੀ ਹਿੱਸੇਦਾਰੀ ਪਾ ਲਈ ਹੈ। ਜਿਵੇਂ ਕੋਕਾ ਕੋਲਾ ਬਾਹਰ ਦੀ ਕੰਪਨੀ ਹੈ, ਹੁਣ ਕੋਕਾ ਕੋਲਾ ਚਾਹੁੰਦੀ ਹੈ ਕਿ ਮੈਂ ਇੰਡੀਆ ਵਿੱਚ ਇੱਕ ਪਲਾਂਟ ਲਗਾਵਾਂ ਜਿੱਥੇ ਮੈਂ ਕੋਕਾ ਕੋਲਾ ਬਣਾਉਣੇ ਸ਼ੁਰੂ ਕਰਾਂ ਤੇ ਕੋਕਾ ਕੋਲਾ ਅੱਗੇ ਵੇਚੀ।
ਉਹਨੂੰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿੱਧਾ ਫਿਰ ਨਿਵੇਸ਼ ਕੀਤਾ, ਆਪਣੀ ਜ਼ਮੀਨ ਲਈ ਹੋਣੀ ਆ, ਉਹਦੇ ਉੱਤੇ ਫੈਕਟਰੀ ਬਣਾਈ ਹੋਣੀ ਹੈ, ਫਿਰ ਬੰਦੇ ਕੰਮ ਤੇ ਰੱਖੇ ਆ, ਮਸ਼ੀਨਾਂ ਲਈਆਂ, ਸਭ ਕੀਤਾ। ਤਾਂ ਤੁਹਾਨੂੰ ਇੱਕ ਚੀਜ਼ ਦਿਖ ਰਹੀ ਹੈ ਨਾ ਕਿ ਆਹ ਕੰਪਨੀ ਖੁੱਲ ਗਈ ਹੈ ਤੇ ਆਹ ਕੰਪਨੀ ਵਿੱਚ ਪੈਸਾ ਲੱਗਿਆ, ਮਤਲਬ ਕਿਤੇ ਵੀ, ਮਤਲਬ ਉਹ ਚੀਜ਼ ਸਾਹਮਣੇ ਹੈਗੀ ਹੈ ਜਿਹੜੀ ਦਿਖਦੀ ਹੈ, ਉਹਨੂੰ ਕਹਿੰਦੇ ਕਿ ਸਿੱਧਾ ਨਿਵੇਸ਼ ਕੀਤਾ ਗਿਆ। ਮਤਲਬ ਜਿਹੜੀ ਚੀਜ਼ ਅਸਲ ਵਿੱਚ ਹੋਂਦ ਵਿੱਚ ਆਊਗੀ, ਜਿਹੜੀ ਚੀਜ਼ ਦਿਖੂਗੀ, ਉਹਨੂੰ ਕਹਿੰਦੇ ਕਿ ਸਿੱਧਾ ਨਿਵੇਸ਼ ਆ। ਦੂਜਾ ਜਿਹੜਾ ਤਰੀਕਾ ਹੁੰਦਾ ਉਹਨੂੰ ਕਹਿੰਦੇ ਆ ਪੋਰਟਫੋਲੀਓ ਦਾ ਤਰੀਕਾ। ਤੁਹਾਡਾ ਪੋਰਟਫੋਲੀਓ ਦਾ ਤਰੀਕਾ। ਪੋਰਟਫੋਲੀਓ ਦਾ ਤਰੀਕਾ, ਪੋਰਟਫੋਲੀਓ ਦਾ ਕੀ ਮਤਲਬ ਹੈ? ਪੋਰਟਫੋਲੀਓ ਦਾ ਮਤਲਬ ਹੈ ਕਿ ਤੁਸੀਂ ਭਾਰਤ ਵਿੱਚ ਕੋਈ ਨਵੀਂ ਫੈਕਟਰੀ ਜਾਂ ਕੋਈ ਨਵਾਂ ਕੰਮ ਨਹੀਂ ਸ਼ੁਰੂ ਕਰ ਰਹੇ, ਮਤਲਬ ਕੋਈ ਪੁਰਾਣਾ ਕੰਮ ਵਿੱਚ ਵੀ ਕੋਈ ਯੋਗਦਾਨ ਨਹੀਂ ਪਾ ਰਹੇ। ਜਿਹੜੀ ਤੁਸੀਂ ਆਪਾਂ ਸੁਣਦੇ ਆ ਆਪਣੀ ਸਟਾਕ ਮਾਰਕੀਟ ਜਿਹੜੀ ਹੈਗੀ ਆ ਮੁੰਬਈ ਵਿੱਚ, ਠੀਕ ਹੈ, ਕਿ ਸਟਾਕ ਮਾਰਕੀਟ ਗਿਰ ਗਈ, ਚੜ ਗਈ। ਉਹ ਗਿਰਨ ਤੇ ਚੜਨ ਦਾ ਮਤਲਬ ਕੀ ਆ? ਜਦੋਂ ਸਟਾਕ ਮਾਰਕੀਟ ਚੜਦੀ ਹੈ ਨਾ, ਇਹਦਾ ਮਤਲਬ ਉਹਦੇ ਵਿੱਚ ਬਹੁਤ ਲੋਕੀ ਨਿਵੇਸ਼ ਕਰ ਰਹੇ ਆ। ਉਹਦਾ ਮਤਲਬ ਕੀ ਹੁੰਦਾ ਕਿ ਲੋਕੀ ਪੈਸੇ ਉੱਤੇ ਪੈਸਾ ਲਾ ਰਹੇ ਆ। ਜੇ ਪੈਸਾ ਵੱਧ ਗਿਆ ਤਾਂ ਉਹ ਕੱਢ ਲੈਂਦੇ ਆ, ਠੀਕ ਹੈ। ਮਤਲਬ ਉਹਦੇ ਲਈ ਵੀ ਜਾਣਕਾਰੀ ਚਾਹੀਦੀ ਹੈ ਪੂਰੀ, ਇਦਾਂ ਮਤਲਬ ਜਿੰਨੀ ਮੈਂ ਆਸਾਨੀ ਨਾਲ ਸਮਝਾ ਰਿਹਾ ਇਦਾਂ ਕੰਮ ਨਹੀਂ ਕਰਦੀ। ਪਰ ਜੇ ਤੁਸੀਂ ਅਸਲੀ ਵਿੱਚ ਕੋਈ ਚੀਜ਼ ਨਹੀਂ ਬਣਾ ਰਹੇ ਹੋ ਦੇਸ਼ ਦੇ ਅੰਦਰ, ਬਸ ਸਿਰਫ ਪੈਸਾ ਭੇਜ ਰਹੇ ਹੋ ਦੇਸ਼ ਦੇ ਅੰਦਰ, ਉਹਨੂੰ ਕਹਿੰਦੇ ਆ ਪੋਰਟਫੋਲੀਓ। ਜਿਵੇਂ ਆਪਣੀ ਸਟਾਕ ਮਾਰਕੀਟ ਹੋ ਗਈ, ਜਾਂ ਆਪਣੇ ਜਿਵੇਂ ਹੁਣ ਕੋਈ ਬਾਹਰ ਆਪਣਾ NRI ਸੀਗਾ, ਉਹਨੇ ਆਪਣੇ ਭਾਰਤ ਵਿੱਚ ਦੇਖਿਆ ਕਿ ਆਪਣੇ ਭਾਰਤ ਦੇ ਬੈਂਕ ਬੜਾ ਚੰਗਾ ਸੇਵਿੰਗ ਦਾ ਰੇਟ ਦੇ ਰਿਹਾ, ਬੜਾ ਚੰਗਾ ਰੇਟ ਮਿਲ ਰਿਹਾ, ਮੈਂ ਭਾਰਤ ਵਿੱਚ ਇੱਕ ਸੇਵਿੰਗ ਦਾ ਅਕਾਊਂਟ ਖੁਲਵਾ ਦਾਂ। ਤਾਂ ਉਹਨੇ ਵੀ ਭਾਰਤ ਵਿੱਚ ਸਿਰਫ ਪੈਸਾ ਭੇਜਿਆ। ਹੁਣ ਉਹਦੇ ਨਾਲ ਆਪਣੀ ਮਤਲਬ ਭਾਰਤ ਦੇ ਕੋਈ ਇਕਨੋਮੀ ਵਿੱਚ ਕੋਈ ਨਵੀਂ ਚੀਜ਼ ਬਣੀ ਥੋੜੀ ਹੈ, ਲੋਕਾਂ ਨੂੰ ਨੌਕਰੀਆਂ ਥੋੜੀ ਮਿਲੀਆਂ। ਉਹਨੇ ਸਿਰਫ ਆਪਣਾ ਪੈਸਾ ਇਦਾਂ ਦੀ ਜਗ੍ਹਾ ਤੇ ਨਿਵੇਸ਼ ਕੀਤਾ, ਬਸ ਜਿੱਥੇ ਉਹਨੂੰ ਪੈਸਾ ਵੱਧ ਕੇ ਵਾਪਸ ਆ ਜਾਊਗਾ, ਮਤਲਬ ਉਹਦੀ ਉਮੀਦ ਹੈ ਕਿ ਉਹਨੂੰ ਵੱਧ ਕੇ ਵਾਪਸ ਆ ਜਾਊਗਾ, ਉਸ ਤਰੀਕੇ ਨਾਲ ਕੀਤਾ। ਪਰ ਅਸਲੀ ਵਿੱਚ ਹੋਂਦ ਵਿੱਚ ਕੋਈ ਚੀਜ਼ ਨਹੀਂ ਆਈ, ਕੋਈ ਨਵੀਂ ਕੰਪਨੀ ਨਹੀਂ ਖੁੱਲੀ, ਕੋਈ ਨਵੇਂ ਲੋਕਾਂ ਨੂੰ ਨੌਕਰੀਆਂ ਨਹੀਂ ਮਿਲੀ, ਕੁਝ ਨਹੀਂ ਹੋਇਆ। ਤੇ ਇਹ ਦੋਨੋਂ ਟਾਈਪ, ਮਤਲਬ ਇਹ ਦੋ ਤਰੀਕੇ ਦੀ ਨਿਵੇਸ਼ ਹੈ ਜਿਸ ਤਰੀਕੇ ਨਾਲ ਤੁਹਾਡੇ ਦੇਸ਼ 'ਚ ਪੈਸਾ ਆਉਂਦਾ, ਠੀਕ ਹੈ। ਜਿਵੇਂ ਹੁਣ Amazon ਬਾਹਰੋਂ ਆਈ ਸੀ, ਠੀਕ ਹੈ, ਉਹਨੇ ਆਪਣੇ ਪੂਰੀ ਦੀ ਪੂਰੀ ਜਿਹੜੀ ਇੰਡੀਆ 'ਚ ਆਫਿਸ ਵੀ ਖੋਲਿਆ, ਫਿਰ ਕਸਟਮਰ ਕੇਅਰ ਦੇ ਲੋਕਾਂ ਨੂੰ ਵੀ ਹਾਇਰ ਕੀਤਾ, ਹੋਰ ਵੀ ਜਿਹੜੇ ਡਿਲੀਵਰੀ ਕਰਨ ਆਉਂਦੇ ਉਹਨਾਂ ਨੂੰ ਵੀ ਹਾਇਰ ਕੀਤਾ, ਪੂਰੇ ਚੀਨ ਬਣਾਈ ਹੈ। ਉਹ ਸਿੱਧਾ ਨਿਵੇਸ਼ ਕੀਤਾ। ਇਦਾਂ ਹੀ ਬਹੁਤ ਲੋਕ ਜਿਹੜੇ ਬਾਹਰ ਬਹੁਤ ਹੀ ਅਮੀਰ ਹੈ ਨਾ, ਉਹ ਸਿੱਧਾ ਸਟਾਕ ਮਾਰਕੀਟ ਜਾਂ ਬੈਂਕਾਂ 'ਚ ਪੈਸਾ ਪਾਉਂਦੇ ਆ, ਉਹਨਾਂ 'ਚ ਰਿਟਰਨ ਆਉਂਦਾ, ਜਦ ਤੱਕ ਰੱਖਣਾ ਰੱਖਦੇ ਆ, ਫਿਰ ਕੱਢ ਕੇ ਚਲੇ ਜਾਂਦੇ ਆ, ਠੀਕ ਹੈ। ਇਸੇ ਲਈ ਆ ਜਿਹੜਾ ਪੋਰਟਫੋਲੀਓ ਨਾ, ਇਹਨੂੰ ਇੰਨਾ ਚੰਗਾ ਨਹੀਂ ਮੰਨਿਆ ਜਾਂਦਾ। ਚੰਗਾ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਦੇਖੋ, ਜਦ ਇਹ ਜਿਹੜਾ ਪੋਰਟਫੋਲੀਓ ਹੈ, ਤੁਸੀਂ ਪੈਸੇ ਲਗਾਏ ਆ, ਅੱਜ ਜਿਵੇਂ ਸਟਾਕ ਮਾਰਕੀਟ 'ਚ ਪੈਸੇ ਲਗਾਏ ਆ, ਹੁਣ ਜਦ ਤੱਕ ਦੇਸ਼ ਵੱਧ ਰਿਹਾ, ਹਰ ਕੋਈ ਪੈਸੇ ਲਗਾਉਣਾ ਚਾਹੂਗਾ, ਠੀਕ ਹੈ। ਕਿ ਜੇ ਮੇਰਾ ਪੈਸਾ ਅੱਜ ਮੈਂ 100 ਲਾਇਆ, ਕੱਲ ਮੈਨੂੰ ਪਤਾ 200 ਮਿਲ ਜੂਗਾ, ਮੈਨੂੰ, ਮੈਂ ਲਗਾਉਣਾ ਚਾਹੂੰਗਾ। ਪਰ ਜਿਵੇਂ ਹੀ ਹੁਣ ਦੇਸ਼ ਵਿੱਚ ਕੋਈ ਵੀ ਹਾਲਾਤ ਖਰਾਬ ਹੁੰਦੇ ਆ ਨਾ, ਜਿਵੇਂ ਕੋਈ ਵੀ ਬਹੁਤ ਵੱਡੇ ਸਕੇਲ ਤੇ ਹੜ੍ਹ ਆ ਗਏ, ਜਾਂ ਚੀਨ ਨਾਲ ਆਪਣੇ ਯੁੱਧ ਦੇ ਹਾਲਾਤ ਬਣ ਰਹੇ ਆ, ਲੋਕਾਂ ਨੂੰ ਨਾਲ ਦੀ ਨਾਲ ਆਪਣੇ ਪੈਸੇ ਦਾ ਡਰ ਪੈਂਦਾ ਹੈ। ਲੋਕੀ ਨਾਲ ਦੀ ਨਾਲ ਆ ਜਿਹੜਾ ਪੋਰਟਫੋਲੀਓ ਦਾ ਪੈਸਾ ਹੁੰਦਾ ਨਾ, ਇਹ ਕੱਢ ਕੇ ਬਾਹਰ ਲੈ ਜਾਂਦੇ ਆ। ਤਾਂ ਇੱਕ ਪਾਸੇ ਪਹਿਲਾਂ ਹੀ ਤੁਹਾਡਾ ਦੇਸ਼ ਮੁਸੀਬਤ 'ਚ ਹੈ, ਦੂਜੇ ਪਾਸੇ ਤੁਹਾਡੀ ਜਿਹੜੀ ਆਰਥਿਕ ਸਥਿਤੀ ਹੈ ਉਹ ਵੀ ਮੁਸੀਬਤ 'ਚ ਆ ਜਾਂਦੀ ਹੈ, ਠੀਕ ਹੈ। ਪਰ ਹੁੰਦਾ ਕੀ ਹੈ, ਇਹ ਪੈਸਾ ਵੈਸੇ ਕੰਪਨੀਆਂ ਨੂੰ ਫਾਇਦਾ ਦਿੰਦਾ, ਤਾਂ ਇਸ ਕਾਰਨ ਇਹ ਰੂਟ ਹਮੇਸ਼ਾ ਓਪਨ ਰੱਖਿਆ ਜਾਂਦਾ, ਕਿਉਂਕਿ ਹਰ ਬੰਦਾ ਭਾਰਤ ਵਿੱਚ ਕੰਪਨੀ ਨਹੀਂ ਖੋਲਣਾ ਚਾਹੂਗਾ। ਜੇ ਉਹ ਪੈਸਾ ਵੀ ਲਗਾਉਣਾ ਚਾਹੁੰਦਾ ਤਾਂ ਚਲੋ, ਜਿੰਨੇ ਟਾਈਮ ਲਈ ਫਾਇਦਾ ਹੁੰਦਾ, ਕੰਪਨੀਆਂ ਨੂੰ ਫਾਇਦਾ ਹੋ ਜਾਏ। ਜਿਹੜਾ ਸਿੱਧਾ ਕੋਈ ਆਪਣਾ ਖੁਦ ਦੀ ਕੰਪਨੀ ਖੋਲਦਾ, ਕੋਈ ਮੈਨੂਫੈਕਚਰਿੰਗ ਦੀ ਕੁਝ ਲਗਾਉਂਦਾ, ਕੋਈ ਪਲਾਂਟ ਲਗਾਉਂਦਾ, ਕੁਝ ਵੀ ਲਗਾਉਂਦਾ ਹੈ, ਉਹ ਬੰਦੇ ਦਾ ਪਤਾ, ਦੇਖੋ ਤੁਸੀਂ ਕਿਸੇ ਹੋਰ ਦੇਸ਼ ਵਿੱਚ ਪਹਿਲਾਂ ਤਾਂ ਪੈਸਾ ਲਾ ਰਹੇ ਹੋ, ਤਾਂ ਤੁਹਾਡੇ ਕੋਲ ਇੰਨਾ ਪੈਸਾ ਤਾਂ ਹੋਊਗਾ ਨਾ ਕਿ ਤੁਸੀਂ ਉਸ ਦੇਸ਼ 'ਚ ਪੂਰਾ ਬਿਜ਼ਨਸ ਚਲਾ ਸਕੋ, ਪੂਰੀ ਕੰਪਨੀ ਚਲਾ ਸਕੋ। ਤੇ ਜਿਹਨੇ ਹੁਣ ਕੰਪਨੀ ਖੋਲੀ ਹੈ, ਉਹਨੇ ਇਹ ਸੋਚ ਕੇ ਤਾਂ ਨਹੀਂ ਖੋਲੀ ਹੋਊਗੀ ਕਿ ਮੈਂ 3 ਮਹੀਨੇ ਦਾ ਮੇਰੇ ਕੋਲ ਪੈਸਾ ਹੈ ਤੇ 3 ਮਹੀਨੇ 'ਚ ਮੈਂ ਕੁਝ ਨਾ ਕੁਝ ਵੇਚੂੰਗਾ ਤੇ ਫਿਰ ਅੱਗੇ ਚਲਾਊਂਗਾ। ਉਹ ਜਿਹੜੀ ਕੰਪਨੀ ਖੋਲ ਰਿਹਾ ਹੈ, ਜਿਹੜੀ ਹੁਣ 100 ਏਕੜ ਤੇ ਅਗਲੇ ਨੇ ਜ਼ਮੀਨ ਲੈ ਕੇ ਕੰਪਨੀ ਬਣਾਤੀ ਹੈ, ਉਹਨੇ ਇਹ ਤਾਂ ਸੋਚਿਆ ਹੋਊਗਾ ਨਾ ਕਿ ਮੈਂ ਅਗਲੇ 25 ਤੋਂ 30 ਸਾਲ ਦੇ ਅੰਦਰ ਕੀ ਕਰਨਾ। ਤਾਂ ਘੱਟੋ ਘੱਟ ਜੇ ਉਹ ਨੁਕਸਾਨ ਵੀ ਖਾਂਦੇ ਆ ਨਾ, ਜਿਵੇਂ ਤੁਹਾਡੇ ਉਹ ਮੋਟਰਸਾਈਕਲ ਦੀ ਕੰਪਨੀ ਹੈ ਹਾਰਲੇ ਡੇਵਿਡਸਨ, ਹਾਰਲੇ ਡੇਵਿਡਸਨ ਹੁਣ ਭਾਰਤ ਨੂੰ ਛੱਡਣ ਲੱਗੀ ਹੈ। ਉਹਨਾਂ ਨੇ ਸਿੱਧਾ ਨਿਵੇਸ਼ ਕੀਤਾ ਸੀ ਆਪਣੇ ਇੱਥੇ,
ਉਹਨਾਂ ਨੇ ਆਪਣੀਆਂ ਫੈਕਟਰੀਆਂ ਬਣਾਈਆਂ ਸੀ, ਉੱਥੋਂ ਆਹ ਤੁਹਾਡੇ ਹਰਿਆਣਾ ਚ ਗੁੜਗਾਉਂ ਦੇ ਪਾਸੇ ਉਹਨਾਂ ਦੀ ਫੈਕਟਰੀ ਸੀ, ਹੁਣ ਉਹ ਫੈਕਟਰੀ ਸੇਲ ਤੇ ਆ, ਹੁਣ ਉਹ ਕਿਸੇ ਹੋਰ ਨੂੰ ਵੇਚ ਕੇ ਭਾਰਤ ਛੱਡਣ ਨੂੰ ਫਿਰਦੇ ਆ। ਪਰ ਹਾਰਲੇ ਡੇਵਿਡਸਨ ਨੂੰ ਇੰਡੀਆ ਚ ਆਏ ਹੋਏ ਘੱਟੋ ਘੱਟ 15 ਸਾਲ ਹੋ ਗਏ ਆ, ਉਹ 15 ਸਾਲ ਘਾਟਾ ਖਾਂਦੇ ਰਹੇ ਆ, ਤਾਂ ਜਾ ਕੇ ਹੁਣ ਭਾਰਤ ਛੱਡ ਕੇ ਚੱਲੇ ਆ। ਤਾਂ ਇਸ ਲਈ ਇਹ ਪੈਸਾ ਜ਼ਿਆਦਾ ਵਧੀਆ ਮੰਨਿਆ ਜਾਂਦਾ, ਕਿਉਂਕਿ ਜਦੋਂ ਇਹ ਆਂਦਾ ਦੇਸ਼ 'ਚ, ਇਹਨੇ ਬਹੁਤ ਲੰਬੇ ਸਮੇਂ ਤੱਕ ਆਪਣੇ ਦੇਸ਼ 'ਚ ਰਹਿਣਾ। ਪੋਰਟਫੋਲੀਓ ਜਿਵੇਂ ਹੀ ਹਾਲਾਤ ਬੁਰੇ ਹੋਏ ਛੱਡ ਕੇ ਚਲਾ ਜਾਂਦਾ ਹੈ, ਪਰ ਆਪਣੇ ਦੇਸ਼ ਵਿੱਚ ਜ਼ਿਆਦਾਤਰ ਆਂਦਾ ਪੋਰਟਫੋਲੀਓ ਦਾ ਪੈਸਾ ਹੀ ਹੈ। ਠੀਕ ਹੈ, ਸਟਾਕ ਮਾਰਕੀਟ, ਇਹ ਸਾਰੀ ਚੀਜ਼ਾਂ 'ਚ ਹੀ ਸਭ ਤੋਂ ਜ਼ਿਆਦਾ ਪੈਸਾ ਲੱਗਦਾ ਹੈ। ਤੁਸੀਂ ਕਿਸੇ ਨੂੰ ਮਨਾ ਵੀ ਨਹੀਂ ਕਰ ਸਕਦੇ, ਇਹੀ ਇਸੇ ਤਰੀਕੇ ਨਾਲ ਚੱਲਣਾ ਪੈਂਦਾ, ਤੇ ਇਹੀ ਸਾਰੀਆਂ ਚੀਜ਼ਾਂ ਤੁਹਾਡੀਆਂ ਇੱਥੇ ਵੀ ਸਮਝਾਈਆਂ। ਕੋਈ ਵੀ ਡਾਊਟ ਅੱਜ ਦੇ ਸਾਰੇ ਕਰੰਟ ਅਫੇਅਰ 'ਚ, ਕੋਈ ਵੀ ਡਾਊਟ ਹੋਵੇ ਕਿਸੇ ਨੂੰ ਵੀ? ਕੁਲਵਿੰਦਰ ਜੀ ਤੁਹਾਡਾ ਮਾਈਕ ਆਨ ਹੋਇਆ ਪਰ ਮੈਨੂੰ ਆਵਾਜ਼ ਨਹੀਂ ਆ ਰਹੀ। ਹਾਂਜੀ ਸਰ, ਇਹ ਮੈਂ ਪੁੱਛਦਾ ਸੀ, ਇਹ ਅਲੱਗ ਕੰਟਰੀ ਹੈ ਜਿਹੜੀ ਵੈਲਸਮ ਜੀ ਚ ਘਟਨਾ ਹੋਈ ਹੈ ਪੱਤਰਕਾਰ ਨਾਲ? ਆਹ ਬੈਲਾਰੂਸ ਦੀ? ਹਾਂਜੀ ਸਰ। ਹਾਂਜੀ ਹਾਂਜੀ, ਇਹ ਬਿਲਕੁਲ ਆਹ ਯੂਰਪ ਦੇ ਵਿੱਚ ਨਾ ਦੇਸ਼ ਹੈ ਬੈਲਾਰੂਸ, ਜਿਵੇਂ ਯੂਕਰੇਨ, ਪੋਲੈਂਡ ਆ, ਸਾਰੇ ਅੱਡ ਅੱਡ ਦੇਸ਼ ਬਣਾਏ ਹੋਏ ਆ, ਰਸ਼ੀਆ ਅੱਡ ਦੇਸ਼ ਹੈ, ਇਹ ਸਾਰੇ ਸਾਰੇ ਅੱਡ ਦੇਸ਼ ਆ, ਆਪਣਾ ਰੂਸ ਹੋ ਗਿਆ, ਸਾਰੇ ਅੱਡ ਅੱਡ ਦੇਸ਼ ਹੈ, ਹੋਇਆ ਬੈਲਾਰੂਸ ਵੀ ਅੱਡ ਦੇਸ਼ ਹੈ ਜੀ, 'ਚ ਘਟਨਾ ਹੋਈ ਆ। ਜੀ ਸਰ, ਥੈਂਕ ਯੂ। ਕਿਸੇ ਹੋਰ ਨੂੰ ਕੋਈ ਵੀ ਡਾਊਟ ਨਹੀਂ? ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।